ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਜਿਹੜਾ ਪੰਜਾਬ ਦੇ ਅੰਦਰ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਉਸ ਦੇ ਮੱਦੇਨਜ਼ਰ ਅੱਜ ਕਿਸਾਨ ਆਗੂਆਂ ਦੀ ਮੀਟਿੰਗ ਸਰਕਾਰ ਦੇ ਕੁਝ ਮੰਤਰੀਆਂ ਦੇ ਨਾਲ ਹੋਈ ਸੀ। ਕਿ ਕੁਝ ਉਹਦੇ ਵਿੱਚ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਕਿਸਾਨ ਅੰਦੋਲਨ ਪੰਜਾਬ ਦੇ ਅੰਦਰ ਲੱਗਿਆ ਕਿਤੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਲੜਾਈ ਚੱਲ ਰਹੀ ਹੈ ਕਿਤੇ ਉਹਦੇ ਕਾਰਨ ਤਾਂ ਨਹੀਂ ਲੱਗਿਆ। ਜੇ ਵਾਕਈ ਉਹਦੇ ਕਾਰਨ ਲੱਗਿਆ ਤਾਂ ਇਸ ਦੇ ਪਿੱਛੇ ਮਕਸਦ ਕੀ ਹੋ ਸਕਦਾ, ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਮੇਰੇ ਨਾਲ ਪ੍ਰੋਫੈਸਰ ਕੁਲਦੀਪ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਥੈਂਕ ਯੂ। ਸਰ ਕਿਵੇਂ ਦੇਖਦੇ ਹੋ ਪੰਜਾਬ ਦੇ ਅੰਦਰ ਕਿਸਾਨ ਅੰਦੋਲਨ ਸ਼ੁਰੂ ਹੋ ਚੁੱਕਿਆ ਹੈ? ਪਹਿਲਾਂ ਤਾਂ ਕੇਂਦਰ ਸਰਕਾਰ ਦੇ ਲਈ ਬੜੀ ਮੁਸ਼ਕਲ ਬਣੀ ਹੋਈ ਸੀਗੀ ਕਿਉਂਕਿ ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ 8-10 ਮਹੀਨਿਆਂ ਤੋਂ ਜਿਹੜਾ ਚੱਲ ਰਿਹਾ ਤੇ ਹੁਣ ਚੋਣਾਂ ਪੰਜਾਬ ਦੇ ਅੰਦਰ ਵੀ ਸਿਰ ਤੇ ਨੇ। ਅਜਿਹੀ ਸਥਿਤੀ ਦੇ ਵਿੱਚ ਕੋਈ ਸਰਕਾਰ ਚਾਹੁੰਦੀ ਤਾਂ ਨਹੀਂ ਹੁੰਦੀ ਕਿ ਸਾਡੇ ਖਿਲਾਫ ਕੋਈ ਇਸ ਤਰੀਕੇ ਦਾ ਅੰਦੋਲਨ ਚੱਲੇ, ਪਰ ਜਿਸ ਤਰੀਕੇ ਨਾਲ ਚੱਲ ਰਿਹਾ ਅੰਦੋਲਨ ਸਰਕਾਰ ਦੇ ਕੋਲ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਨੇ ਕਿਸਾਨਾਂ ਦੇ ਵੱਲੋਂ ਕੋਈ ਬਹੁਤੀਆਂ ਵੱਡੀਆਂ ਮੰਗਾਂ ਨਹੀਂ ਹੈਗੀਆਂ। ਅਜਿਹੀ ਸਥਿਤੀ ਦੇ ਵਿੱਚ ਤਾਂ ਸਰਕਾਰ ਚਾਹੁੰਦੀ ਨਹੀਂ ਹੁੰਦੀ ਕਿ ਇਹੋ ਜਿਹੀਆਂ ਛੋਟੀਆਂ ਮੰਗਾਂ ਦੇ ਕਾਰਨ ਜਿਹੜਾ ਸਾਡੇ ਖਿਲਾਫ ਕੋਈ ਐਡਾ ਵੱਡਾ ਜਿਹੜਾ ਕੋਈ ਇਹੋ ਜਿਹਾ ਵਿਖੇੜਾ ਖੜਾ ਹੋਵੇ। ਪਰ ਜਿਸ ਤਰੀਕੇ ਦੇ ਨਾਲ ਇਹ ਵਿਖੇੜਾ ਪੂਰੇ ਤਰੀਕੇ ਨਾਲ ਖੜਾ ਹੋਇਆ ਕਿਉਂਕਿ ਤੇ ਜਾਣਬੁੱਝ ਕੇ ਕ੍ਰੀਏਟ ਕੀਤਾ ਹੋਇਆ ਤਾਂ ਨਹੀਂ ਇਹ। ਹਾਲਾਂਕਿ ਚਲੋ ਆਪਾਂ ਕਿਸਾਨਾਂ ਤੋਂ ਤਾਂ ਨਹੀਂ ਕਹਾਂਗੇ ਕਿ ਕਿਸਾਨ ਵਾਲੇ ਵੇਲੇ ਹੋ ਸਕਦੇ ਆ, ਪਰ ਕਿਤੇ ਨਾ ਕਿਤੇ ਇਸ ਦੇ ਪਿੱਛੇ ਸਾਜ਼ਿਸ਼ ਜ਼ਰੂਰ ਹੋ ਸਕਦੀ ਆ, ਕਿਸਾਨਾਂ ਨੂੰ ਮਜਬੂਰ ਜ਼ਰੂਰ ਕੀਤਾ ਹੋ ਸਕਦਾ। ਦੇਖੋ ਜੀ ਸੁਰਿੰਦਰ ਜੀ, ਗੱਲ ਇਹ ਹੈ ਕਿ ਰਾਜਨੀਤੀ ਵਿੱਚ ਇਦਾਂ ਦੀਆਂ ਗੱਲਾਂ ਆਮ ਤੌਰ ਤੇ ਹੁੰਦੀਆਂ ਨੇ ਕਿ ਕਿਹਨੂੰ ਕਦੋਂ ਠਿੱਬੀ ਲਾਉਣੀ ਹੈ, ਕਿਵੇਂ ਠਿੱਬੀ ਲਾਉਣੀ ਹੈ, ਇਹ ਰਾਜਨੀਤੀ ਵਿੱਚ ਆਮ ਗੱਲਾਂ ਨੇ। ਪਹਿਲਾਂ ਆਪਾਂ ਗੱਲ ਕਰੀਏ ਮੁੱਦਾ ਕੀ ਹੈ ਔਰ ਮੁੱਦੇ ਨੂੰ ਕਿਸ ਤਰੀਕੇ ਨਾਲ ਹੈਂਡਲ ਕੀਤਾ ਗਿਆ, ਕਿੱਥੇ ਲੱਗਦਾ ਹੈ ਕਿ ਸਾਨੂੰ ਗੜਬੜ ਹੋਈ ਹੈ। ਦੇਖੋ ਬਿਲਕੁਲ ਇਸ ਵੇਲੇ ਸਿਰਫ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹਦਾ ਜਿਹੜਾ ਕੌਨਟੈਕਸਟ ਆ ਬਹੁਤ ਸੀਮਿਤ ਆ। ਉਹ ਇਹ ਹੈ ਕਿ ਪੰਜਾਬ ਦੀ ਸਰਕਾਰ ਨੇ ਗੰਨੇ ਦਾ ਮੁੱਲ ਤੈਅ ਕਰਨਾ ਸੀਗਾ। ਦੂਜੀ ਚੀਜ਼ ਜਿਹੜਾ ਕਿਸਾਨਾਂ ਦਾ ਪਿਛਲੇ ਖਰੀਦ ਦਾ ਬਕਾਇਆ ਸਰਕਾਰ ਵੱਲ ਜਾਂ ਜਿਹੜੇ ਪ੍ਰਾਈਵੇਟ ਮਿੱਲਾਂ ਵੱਲ ਪਿਆ ਉਹਦੀ ਅਦਾਇਗੀ ਕਰਵਾਉਣੀ ਸੀ। ਦੋ ਹੀ ਮੁੱਦੇ ਸੀਗੇ ਸੀ। ਇਹਦਾ ਮਤਲਬ ਇਹ ਹੋਇਆ ਕਿ ਜਦੋਂ 15 ਰੁਪਏ ਵਧਾ ਕੇ ਇਹਨਾਂ ਨੇ ਗੰਨੇ ਦਾ ਮੁੱਲ ਅਨਾਉਂਸ ਕੀਤਾ ਹੈ, ਇਹਦਾ ਮਤਲਬ ਇਹ ਹੋਇਆ ਕਿ ਕਿਸਾਨਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਦੂਜੀ ਚੀਜ਼ ਜਿਹੜਾ ਗੰਨੇ ਦਾ ਮੁੱਲ ਬਾਕੀ ਸਟੇਟਾਂ ਦੇ ਰਹੀਆਂ ਨੇ ਉਹਦੇ ਨੇੜੇ ਤੇੜੇ ਵੀ ਨਹੀਂ ਕੀਤਾ। ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਜਿਹੜੇ ਇਸ ਵੇਲੇ ਜਦੋਂ ਕਿਸਾਨਾਂ ਦੀਆਂ 32 ਯੂਨੀਅਨਾਂ ਨੇ ਕੇਂਦਰ ਦੀ ਸਰਕਾਰ ਖਿਲਾਫ ਲਗਭਗ ਸਾਲ ਤੋਂ ਜੰਗ ਛੇੜੀ ਹੋਈ ਹੈ, ਜਿਹੜੀ ਜੰਗ ਦੀਆਂ ਆਪਣਾ ਵਿੱਚ ਲਪੇਟੇ ਗਈ ਆ ਸੈਂਟਰ ਦੀ ਸਰਕਾਰ, ਪੰਜਾਬ ਦਾ ਅਕਾਲੀ ਦਲ ਤੇ ਕਾਂਗਰਸ ਵੀ ਉਹਨੂੰ ਕੋਈ ਸਿਆਣੇ ਤਰੀਕੇ ਨਾਲ ਹੈਂਡਲ ਨਹੀਂ ਕਰ ਰਿਹਾ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਸ ਮੁੱਦੇ ਤੇ ਕਿਸਾਨਾਂ ਨਾਲ ਸਲਾਹ ਮਸ਼ਵਰਾ ਹੋਣਾ ਚਾਹੀਦਾ ਸੀ ਕਿ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਕੋਰਟ ਵੱਲੋਂ ਇਸ ਗੱਲ ਦਾ ਡਾਇਰੈਕਟਿਵ ਹੈ ਕਿ ਜਿਹੜੀ ਕਿਸਾਨ ਦੀ ਫਸਲ ਦਾ ਮੁੱਲ ਹੈ ਉਹਦੀ ਅਦਾਇਗੀ 2 ਹਫ਼ਤਿਆਂ 'ਚ ਹੋਣੀ ਚਾਹੀਦੀ ਹੈ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਇਸ ਵੇਲੇ ਕਿਸਾਨਾਂ ਦੀਆਂ 32 ਯੂਨੀਅਨਾਂ ਮੁਲਕ ਦੀ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੀਆਂ ਨੇ ਤੇ ਪੰਜਾਬ ਦੀ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੀ ਵੈਲਵਿਸ਼ਰ ਦੇ ਤੌਰ ਤੇ ਪੇਸ਼ ਕਰਦੀ ਹੈ ਕਿ ਫਿਰ ਪੰਜਾਬ ਦੀ ਸਰਕਾਰ ਨੇ ਇਸ ਗੱਲ ਬਾਰੇ ਕਦੇ ਸੋਚਿਆ ਹੀ ਨਹੀਂ ਹੈਗਾ ਕਿ ਜਿਹੜਾ ਸਰਕਾਰੀ ਸਹਿਕਾਰੀ ਮਿੱਲਾਂ ਦਾ ਜਿਹੜਾ ਪੈਸਾ ਦੇਣਾ ਜਾਂ ਜਿਹੜਾ ਪ੍ਰਾਈਵੇਟ ਅਦਾਰਿਆਂ ਨੇ ਪੈਸਾ ਦੇਣਾ ਉਹ ਕਿਸਾਨਾਂ ਨੂੰ ਹੁਣ ਤੱਕ ਦਿੱਤਾ ਕਿਉਂ ਨਹੀਂ ਗਿਆ ਸੀ। ਜੇ ਸਰਕਾਰ ਕਿਸਾਨਾਂ ਪ੍ਰਤੀ ਸੈਂਸਿਟਿਵ ਹੁੰਦੀ, ਕਿਸਾਨਾਂ ਕੋਲੋਂ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਸੀਗੀ ਕਿ ਸਾਡੀ ਇਹ ਜ਼ਿਆਦਤੀ ਹੈ ਤੁਹਾਡੇ ਨਾਲ ਕਿ ਅਸੀਂ ਤੁਹਾਡਾ ਬਕਾਇਆ ਇੰਨਾ ਲੰਮੇ ਸਮੇਂ ਤੋਂ ਜਿਹੜਾ ਪੈਂਡਿੰਗ ਪਿਆ ਉਹ ਕਿਉਂ ਨਹੀਂ ਕਰਦੇ। ਦੂਜੀ ਗੱਲ ਸੀ ਜਿਹੜਾ ਰੇਟ ਹਰਿਆਣੇ ਦੀ ਸਰਕਾਰ ਨੇ ਅਨਾਉਂਸ ਕੀਤਾ। ਹਰਿਆਣੇ ਵਿੱਚ ਬੀਜੇਪੀ ਦੀ ਸਰਕਾਰ ਹੈ, ਅਸੀਂ ਬੀਜੇਪੀ ਦੀ ਸਰਕਾਰ ਨੂੰ ਐਂਟੀ ਕਿਸਾਨ ਕਹਿੰਦੇ ਆ। ਸੋ ਜਿਹੜੀ ਸਰਕਾਰ ਨੂੰ ਅਸੀਂ ਐਂਟੀ ਕਿਸਾਨ ਕਹਿੰਦੇ ਆ ਉਹ ਗੰਨੇ ਦਾ ਮੁੱਲ ਵੱਧ ਫਿਕਸ ਕਰੇ। ਜਿਹੜੀ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੀ ਖੈਰਖਾਹਮੰਦ ਦੇ ਤੌਰ ਤੇ ਪੇਸ਼ ਕਰਦੀ ਹੈ, ਕਿਸਾਨਾਂ ਦੀ ਵੈਲਵਿਸ਼ ਦੇ ਤੌਰ ਤੇ ਪੇਸ਼ ਕਰਦੀ ਹੈ, ਉਹ ਤੋਂ ਘੱਟ ਪੇਸ਼ ਕਰੇ। ਹੁਣ ਅਗਲੀ ਗੱਲ ਰਹੀ ਕਿ ਮੁੱਦਾ ਕਿ ਜੀ ਕਾਸਟ ਆਫ ਜਿਹੜੀ ਕਲਟੀਵੇਸ਼ਨ ਆ ਉਹ ਕੀ ਹੈ। ਜਿਹੜਾ ਅੱਜ ਦੀ ਮੀਟਿੰਗ ਤੋਂ ਬਾਅਦ ਗੱਲਾਂ ਬਾਹਰ ਆਈਆਂ ਨੇ, ਜਿਹੜੀ ਕਿਸਾਨ ਯੂਨੀਅਨ ਵਾਲੇ ਕਹਿ ਰਹੇ ਨੇ ਕਾਸਟ ਆਫ ਕਲਟੀਵੇਸ਼ਨ ਉਹ ਹੋਰ ਹੈ, ਜਿਹੜੀ ਸਰਕਾਰ ਕਹਿ ਰਹੀ ਹੈ ਉਹ ਕਲਟੀਵੇਸ਼ਨ ਦੀ ਕਾਸਟ ਹੋਰ ਹੈ। ਇੱਕ ਗੱਲ ਮੈਂ ਬਹੁਤ ਸੁਖਵਿੰਦਰ ਜੀ ਬਿਲਕੁਲ ਦਾਅਵੇ ਨਾਲ ਕਹਿ ਸਕਦਾ ਉਹ ਇਹ ਆ
ਕਿ ਬਿਊਰੋਕ੍ਰੇਸੀ ਦੇ ਸਦਾ ਹੀ ਕਿਸਾਨਾਂ ਪ੍ਰਤੀ ਬਾਇਸਡ ਰਹੇ ਨੇ। ਬਿਊਰੋਕ੍ਰੇਸੀ ਆਮ ਤੌਰ ਤੇ ਦੇਖਿਆ ਗਿਆ ਹੈ ਜਦੋਂ ਕਿਸਾਨਾਂ ਦੀਆਂ ਫਸਲਾਂ ਦੀ ਕਲਟੀਵੇਸ਼ਨ ਦੀ ਕਾਸਟ ਨੂੰ ਵਰਕਆਊਟ ਕਰਨ ਦਾ ਮਸਲਾ ਖੜਾ ਹੁੰਦਾ, ਬਹੁਤੀਆਂ ਜਿਹੜੀਆਂ ਇਨਪੁਟਸ ਨੇ ਉਹ ਛੱਡ ਜਾਂਦੇ ਨੇ। ਇਸ ਕਰਕੇ ਮੈਂ ਕਹਿਣਾ ਚਾਹੁੰਦਾ, ਕਿਸਾਨਾਂ ਤੋਂ ਵੱਧ ਕੋਈ ਨਹੀਂ ਜਾਣਦਾ ਕਿ ਆਪਣੇ ਸ਼ੂਗਰ ਕੇਨ ਦੀ ਕਲਟੀਵੇਸ਼ਨ ਦੀ ਕਾਸਟ ਕੀ ਹੈ। ਚਲੋ ਠੀਕ ਹੈ, ਉਹ ਥੋੜਾ ਜਿਹਾ ਵਧਾ ਕੇ ਸ਼ਾਇਦ ਦੱਸਦੇ ਹੋਣ ਜਦੋਂ ਬਾਰਗੇਨਿੰਗ ਹੁੰਦੀ ਹੈ ਹਮੇਸ਼ਾ ਰਹਿੰਦਾ, ਪਰ ਜਿੱਥੋਂ ਤੱਕ ਇਸ ਮਸਲੇ ਦੀਆਂ ਪੇਚੀਦਗੀਆਂ ਦੀ ਜਾਣਕਾਰੀ ਦਾ ਸੰਬੰਧ ਹੈ, ਕਿਸਾਨਾਂ ਤੋਂ ਵੱਧ ਇਸ ਮੁੱਦੇ ਬਾਰੇ ਕੋਈ ਨਹੀਂ ਜਾਣਦਾ। ਸੋ ਇਸ ਕਰਕੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ ਗਈ, ਕਿਸਾਨਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ, ਜਦ ਕਿ ਆਮ ਧਾਰਨਾ ਇਹ ਬਣੀ ਹੈ ਕਿ ਜੇ ਹਿੰਦੁਸਤਾਨ ਦੀ ਸਰਕਾਰ ਨੇ 3 ਆਰਡੀਨੈਂਸਸ ਇਸ਼ੂ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਹੁੰਦਾ ਤੇ ਸ਼ਾਇਦ ਇਹ ਸਮੱਸਿਆ ਨਾ ਪੈਦਾ ਹੁੰਦੀ। ਅਸੀਂ ਉਹਦੇ ਤੋਂ ਕੋਈ ਸਬਕ ਨਹੀਂ ਸਿੱਖਿਆ। ਹੁਣ ਰਹੀ ਗੱਲ ਤੁਹਾਡੀ ਜਿਹੜੀ ਤੁਸੀਂ ਕਹਿੰਦੇ ਹੋ, ਦੇਖੋ ਸਰਕਾਰਾਂ ਵਿੱਚ ਇਹ ਆਮ ਤੌਰ ਤੇ ਮੈਂ ਪ੍ਰੋਫੈਸਰ ਮੈਂ ਇਹ ਗੱਲ ਚਾਹੁੰਦਾ ਕਿ ਇੱਕ ਵਾਰੀ ਤੁਸੀਂ ਜਿਹੜੀ ਮੀਟਿੰਗ ਦੇ ਵਿੱਚ ਅੱਜ ਜੋ ਇਹਨਾਂ ਦੀ ਗੱਲਬਾਤ ਹੋਈ ਹੈ ਥੋੜੀ ਜੀ ਉਹ ਆਪਾਂ ਦੱਸ ਦਈਏ, ਕਿਉਂਕਿ ਬਹੁਤਾ ਕੋਈ ਵੱਡਾ ਉਹਦੇ ਵਿੱਚ ਸਿੱਟਾ ਨਿਕਲਿਆ ਨਹੀਂ। ਥੋੜਾ ਜਿਹਾ ਆਪਾਂ ਉਹ ਦੱਸ ਦਈਏ ਕਿ ਅੱਜ ਮੀਟਿੰਗ ਦੇ ਵਿੱਚ ਹੋਇਆ ਕਿ ਫਿਰ ਆਪਾਂ ਅੱਗੇ ਵਧਦੇ ਹਾਂ। ਦੇਖੋ ਸਿੱਟਾ ਤੇ ਇਹ ਹੈ ਜੀ, ਸਰਕਾਰ ਨੇ ਕਿਹਾ ਵੀ ਅਸੀਂ 15 ਦਿਨਾਂ ਦੇ ਵਿੱਚ ਯਕੀਨੀ ਦਿਵਾਵਾਂਗੇ ਕਿ ਜਿਹੜੀਆਂ ਪੈਂਡਿੰਗ ਪੇਮੈਂਟ ਪਈਆਂ ਨੇ ਉਹ ਦਿੱਤੀਆਂ ਜਾਣ, ਪ੍ਰਾਈਵੇਟ ਮਿੱਲਾਂ ਵਾਲੀਆਂ ਵੀ, ਜਿਹੜੀਆਂ ਸਹਿਕਾਰੀ ਮਿੱਲਾਂ ਵਾਲੀਆਂ ਵੀ ਉਹ ਦਿੱਤੀਆਂ ਜਾਣ। ਇਹ ਤਾਂ ਗੱਲ ਮੰਨ ਲਈ ਗਈ ਹੈ ਜੀ। ਜਦ ਕਿ ਮੈਂ ਜਾਤੀ ਤੌਰ ਤੇ ਕਹਿਣਾ ਕਿ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਸੀ ਕਿ ਸਾਨੂੰ ਇਸ ਗੱਲ ਤੇ ਅਸੀਂ ਸ਼ਰਮਿੰਦਾ ਹੈਗੇ ਆ ਕਿ ਇੰਨਾ ਲੰਮੇ ਸਮੇਂ ਤੋਂ ਇਹ ਜਿਹੜੀ ਪੇਮੈਂਟ ਪੈਂਡਿੰਗ ਪਈ ਹੈ ਇਹ ਕਿਉਂ ਨਹੀਂ ਪੇਮੈਂਟ ਹੋਈ। ਇਦਾਂ ਦੀ ਕੋਈ ਗੱਲ ਨਹੀਂ ਕੀਤੀ, ਇੰਨੀ ਗੱਲ ਜ਼ਰੂਰ ਕਹੀ ਹੈ ਕਿ ਅਸੀਂ ਪੇਮੈਂਟ ਕਰਵਾ ਦਾਂਗੇ। ਦੂਜੀ ਗੱਲ ਇਹ ਹੋਈ ਹੈ ਕਿ ਜੀ ਜਿਹੜੀ 15 ਰੁਪਏ ਵਧਾਈ ਗਈ ਹੈ ਆਪਣਾ ਪ੍ਰੋਕਿਉਰਮੈਂਟ ਦੀ ਕੀਮਤ, ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈਗੀ। ਕਿਸਾਨ ਇਹ ਕਹਿੰਦੇ ਨੇ ਕਿ ਕਲਟੀਵੇਸ਼ਨ ਦੀ ਕਾਸਟ ਹੀ ਸਾਡੀ 392 ਰੁਪਏ ਹੈ, ਲਗਭਗ 400 ਰੁਪਏ ਹੈ। ਸੋ ਇਸ ਕਰਕੇ ਜਦੋਂ ਉਹ ਤੁਸੀਂ 315 ਰੁਪਏ ਜਿਹੜੀ ਫਿਕਸ ਕਰ ਰਹੇ ਹੋ ਉਹ 'ਚ ਬਹੁਤ ਅੰਤਰ ਹੈ, ਤੇ ਸਰਕਾਰ ਕਹਿ ਰਹੀ ਹੈ ਕਿ ਕਲਟੀਵੇਸ਼ਨ ਦੀ ਕਾਸਟ ਘੱਟ ਹੈ ਜੀ। ਸੋ ਇਸ ਕਰਕੇ ਹੁਣ ਉਹਦੇ ਵਿੱਚ ਕੌਣ ਸ਼ਾਮਲ ਹੋਏਗਾ? ਐਗਰੀਕਲਚਰ ਯੂਨੀਵਰਸਿਟੀਆਂ ਦੇ ਮਾਹਰ ਸ਼ਾਮਲ ਹੋਣਗੇ, ਬਿਊਰੋਕ੍ਰੇਸੀ ਦੇ ਬੰਦੇ ਸ਼ਾਮਲ ਹੋਣਗੇ, ਕਿਸਾਨ ਸ਼ਾਮਲ ਹੋਣਗੇ। ਮੈਂ ਇਸ ਸੰਬੰਧ ਵਿੱਚ ਇਹ ਕਹਿਣਾ ਚਾਹੁੰਦਾ ਕਿ ਬਿਊਰੋਕ੍ਰੇਸੀ ਆਮ ਤੌਰ ਤੇ ਇਹੋ ਜਿਹੇ ਮੁੱਦਿਆਂ ਤੇ ਉਹ ਇਨਫੋਰਮੇਸ਼ਨ ਨਹੀਂ ਰੱਖਦੀ, ਉਸ ਕਿਸਮ ਦੀ ਪਰਸੈਪਸ਼ਨ ਨਹੀਂ ਰੱਖਦੀ ਜਿਸ ਕਿਸਮ ਦੀ ਪਰਸੈਪਸ਼ਨ ਐਗਰੀਕਲਚਰ ਇਕੋਨੋਮਿਸਟ ਰੱਖਦੇ ਨੇ, ਜਿਸ ਕਿਸਮ ਦੀ ਪਰਸੈਪਸ਼ਨ ਕਿਸਾਨ ਯੂਨੀਅਨ ਦੇ ਲੀਡਰ ਰੱਖਦੇ ਨੇ। ਸੋ ਮੈਂ ਬਿਲਕੁਲ ਇਹ ਗੱਲ ਹੈ ਨਾ, ਜਿਹੜਾ ਗਰਾਊਂਡ ਤੇ ਕੰਮ ਕਰ ਰਿਹਾ, ਜਿਹੜੀ ਚੀਜ਼ ਕਰ ਰਿਹਾ ਪਤਾ ਤਾਂ ਉਹਨੂੰ ਹੀ ਹੈ। ਪਹਿਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ। ਦੂਜੀ ਚੀਜ਼ ਹੈ ਕਿ ਜਿਹੜੇ ਹੁਣ ਕਿਸਾਨ ਯੂਨੀਅਨ ਦੇ ਲੀਡਰ ਨੇ ਨਾ, ਉਹਨਾਂ ਚੋਂ ਬਹੁਤੇ ਲੋਕ ਉਹ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਹਨਾਂ ਮਸਲਿਆਂ 'ਚ ਹੰਡਾਈ ਹੈ, ਪੜ੍ਹੇ ਲਿਖੇ ਲੋਕ ਨੇ, ਐਕਟਿਵਿਸਟ ਨੇ, ਇਸ ਗੱਲ ਦੀ ਜਾਣਕਾਰੀ ਰੱਖਦੇ ਨੇ। ਤੇ ਤੁਸੀਂ ਦੇਖੋ ਨਾ ਕਿ ਇੰਨਾ ਲੰਮਾ ਸਮਾਂ ਹਿੰਦੁਸਤਾਨ ਦੀ ਸਰਕਾਰ ਨਾਲ, ਜਿੱਥੇ ਸਾਰੀ ਬਿਊਰੋਕ੍ਰੇਸੀ, ਸਾਰੇ ਮੰਤਰੀ, ਸਾਰਾ ਸਰਕਾਰ ਦਾ ਪੈਰਾਫਰੇਰੀਆ, ਉੱਥੇ ਲੌਜੀਕਲੀ ਇੰਨਾ ਲੰਮਾ ਸਮਾਂ ਗੱਲ ਨੂੰ ਸਸਟੇਨ ਕਰਦੇ ਰਹੇ ਨੇ। ਇਹ ਆਪਣੇ ਆਪ 'ਚ ਮਤਲਬ ਇਸ ਗੱਲ ਦਾ ਪ੍ਰਮਾਣ ਹੈ ਕਿ ਕਿਸਾਨ ਯੂਨੀਅਨ ਦੇ ਲੀਡਰ ਵੈਲ ਇਨਫੋਰਮਡ ਨੇ, ਇਹਨਾਂ ਗੱਲਾਂ ਤੇ ਜਾਣਕਾਰੀ ਰੱਖਦੇ ਨੇ, ਆਪਣੀ ਗੱਲ ਨੂੰ ਪੇਸ਼ ਕਰ ਸਕਦੇ ਨੇ, ਆਪਣੀ ਆਰਗੂਮੈਂਟ ਨੂੰ ਸਸਟੇਨ ਕਰ ਸਕਦੇ ਨੇ। ਸੋ ਇਸ ਕਰਕੇ ਇਹ ਹੈਰਾਨੀ ਦੀ ਗੱਲ ਹੈ। ਤੇ ਇਸੇ ਹੈਰਾਨੀ ਚੋਂ ਹੀ ਜਿਹੜੇ ਤੁਹਾਡਾ ਦੂਜਾ ਸਵਾਲ ਆ ਉਹਦਾ ਜਵਾਬ ਨਿਕਲਦਾ ਕਿ ਕਿੱਦਾਂ ਨਿਕਲਦਾ। ਇਹ ਤਾਂ ਜੱਗ ਜ਼ਾਹਰ ਹੈ ਕਿ ਜੀ ਪੰਜਾਬ ਦੇ ਮੁੱਖ ਮੰਤਰੀ ਦੀ ਤੇ ਕਾਂਗਰਸ ਦੇ ਪ੍ਰਧਾਨ ਦੀ ਆਪਸ ਵਿੱਚ ਬਹੁਤੀ ਕੋਈ ਸੁਰ ਮਿਲਦੀ ਨਹੀਂ। ਇਹ ਵੀ ਜੱਗ ਜ਼ਾਹਰ ਹੈ ਕਿ ਜੀ ਨਵਜੋਤ ਸਿੰਘ ਸਿੱਧੂ ਜੀ ਆਪਣੇ ਦਮਖਮ ਤੇ ਸੈਂਟਰ ਵਿੱਚ ਆਪਣਾ ਅਸਰ ਸੁਗ ਯੂਜ਼ ਕਰਕੇ ਪ੍ਰਧਾਨ ਬਣੇ ਨੇ। ਇਹ ਵੀ ਗੱਲ ਆਮ ਤੌਰ ਤੇ ਕਹੀ ਜਾਂਦੀ ਹੈ ਕਿ ਇਹਨਾਂ ਹਾਲਾਤਾਂ ਵਿੱਚ ਸਰਕਾਰ ਕੋਲੋਂ ਬਹੁਤੀ ਇਸ ਗੱਲ ਦੀ ਆਸ ਨਹੀਂ ਹੈਗੀ ਕਿ ਜਿਹੜੇ ਮੁੱਦੇ ਸਿੱਧੂ ਸਾਹਿਬ ਰੇਜ਼ ਕਰਨਗੇ। ਸੋ ਗੱਲ ਬੜੀ ਸਿੱਧੀ ਹੈ। ਜੇ ਹੁਣ ਸਰਕਾਰ ਦੀ ਕਾਰਗੁਜ਼ਾਰੀ ਵਿੱਚ ਕੋਈ ਇੰਪਰੂਵਮੈਂਟ ਹੁੰਦੀ ਹੈ, ਜੇ ਸਰਕਾਰ ਦੀ ਕਾਰਗੁਜ਼ਾਰੀ ਵਧੀਆ ਹੁੰਦੀ ਹੈ, ਤਾਂ ਇਸ ਗੱਲ ਦਾ ਜਿਹੜਾ ਕ੍ਰੈਡਿਟ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਜਾਏਗਾ। ਕਿੱਦਾਂ ਜਾਏਗਾ ਕਿ ਲਓ ਜੀ, ਜਿਹੜੀ ਸਰਕਾਰ 4.5 ਸਾਲ ਕੋਈ ਵਧੀਆ ਕਿਸਮ ਦੀ ਕਾਰਗੁਜ਼ਾਰੀ ਨਹੀਂ ਕਰ ਸਕੀ, ਉਹ ਸਰਕਾਰ ਜੇ ਹੁਣ ਤੁਰ ਪਈ ਆ, ਚੱਲ ਪਈ ਆ, ਉਹਨੇ ਸਪੀਡ ਫੜ ਲਈ ਆ, ਉਹਦੇ ਪਿੱਛੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੋਡਿੰਗ ਹੈਗੀ ਆ, ਨਵਜੋਤ ਸਿੰਘ ਸਿੱਧੂ ਜਿਹੜੀ ਪਰਸੂਏਸ਼ਨ ਹੈਗੀ, ਉਹਦਾ ਰੋਲ ਹੈਗਾ। ਜੇ ਨਹੀਂ ਹੁੰਦਾ ਫਿਰ ਇਹ ਚੀਜ਼ਾਂ ਦੂਜੇ ਪਾਸੇ ਵੀ ਕਾਟ ਕਰਨਗੀਆਂ ਕਿ ਲਓ ਜੀ, ਜਿਹੜਾ ਨਵਜੋਤ ਸਿੰਘ ਸਿੱਧੂ ਐਡੇ ਵੱਡੇ ਟਾਲ ਕਲੇਮ ਕਰਦਾ ਸੀਗਾ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਜੇ ਫਾਰ ਐਗਜ਼ਾਮਪਲ ਉਸ ਨਵਜੋਤ ਸਿੰਘ ਸਿੱਧੂ ਦੇ ਆਉਣ ਤੋਂ ਬਾਅਦ ਵੀ ਸਰਕਾਰ ਦੀ ਕਾਰਗੁਜ਼ਾਰੀ ਪਹਿਲਾਂ ਵਾਲੇ ਵਾਂਗੂ ਹੀ ਰਹਿੰਦੀ ਹੈ,
ਹੈ ਜੀ। ਜਿਵੇਂ ਜਿਵੇਂ ਕਿਸਾਨਾਂ ਦੇ ਇਸ ਗੱਲ ਨੇ ਬਿਲਕੁਲ ਪ੍ਰੂਵ ਕਰ ਦਿੱਤਾ ਕਿ ਤੁਸੀਂ ਮਤਲਬ ਬਿਊਰੋਕ੍ਰੇਸੀ ਜਾਂ ਮੰਤਰਾਲਾ ਇਹ ਗੱਲ ਨੂੰ ਠੀਕ ਨਹੀਂ ਸਮਝ ਰਿਹਾ ਕਿ ਭਾਈ ਜਦੋਂ ਕਿਸਾਨਾਂ ਦੀਆਂ ਯੂਨੀਅਨ ਇਸ ਲੈਵਲ ਤੇ ਐਕਟਿਵ ਨੇ, ਸੈਂਟਰ ਦੇ ਖਿਲਾਫ ਲਗਭਗ 1 ਸਾਲ ਤੋਂ ਲੜਾਈ ਲੜ ਰਹੀਆਂ ਨੇ, ਇਹਨਾਂ ਹਾਲਾਤਾਂ ਵਿੱਚ ਜੇ ਉਹਨਾਂ ਨੇ ਇਹ ਗੱਲ ਮੁਨਾਸਿਬ ਨਹੀਂ ਸਮਝੀ ਕਿ ਕਿਸਾਨਾਂ ਦਾ ਵਿਊ ਪੁਆਇੰਟ ਜਾਣ ਲਿਆ ਜਾਵੇ, ਇਹ ਜਾਂ ਤਾਂ ਬੜੀ ਵੱਡੀ ਇਗਨੋਰੈਂਸ ਹੈ ਜਾਂ ਫਿਰ ਕੋਈ ਵਿਉਂਤਬੰਦੀ ਹੈ। ਦੋਨੋਂ ਕੰਟੈਕਸ ਵਿੱਚ ਇਹ ਗੱਲ ਸਾਨੂੰ ਸਮਝ ਨਹੀਂ ਆਉਂਦੀ। ਕਿਉਂ ਸਮਝ ਨਹੀਂ ਆਉਂਦੀ? ਤਰਕ ਇਸ ਗੱਲ ਦੀ ਮੰਗ ਕਰਦਾ ਹੈ, ਸਿਆਣਪ ਇਸ ਗੱਲ ਦੀ ਮੰਗ ਕਰਦਾ ਹੈ, ਹਾਲਾਤ ਇਸ ਕਿਸਮ ਦੀ ਮੰਗ ਕਰਦੇ ਨੇ ਕਿ ਇਸ ਕਿਸਮ ਦੇ ਫੈਸਲੇ ਲੈਣ ਤੋਂ ਪਹਿਲਾਂ ਕਿਸਾਨ ਯੂਨੀਅਨ ਦੇ ਲੀਡਰਾਂ ਨਾਲ ਸਲਾਹ ਮਸ਼ਵਰਾ ਹੋਣਾ ਚਾਹੀਦਾ ਸੀ, ਉਹਦੇ ਮੁਤਾਬਕ ਅਨਾਉਂਸਮੈਂਟ ਹੋਣੀ ਚਾਹੀਦੀ ਸੀ। ਬਿਲਕੁਲ ਬਿਲਕੁਲ। ਕਿਵੇਂ ਦੇਖਦੇ ਹੋ ਕਿ ਜਾਣਬੁੱਝ ਕੇ ਤਾਂ ਨਹੀਂ ਇਹ ਕ੍ਰੀਏਟ ਕੀਤਾ ਗਿਆ? ਕਿਉਂਕਿ ਜਿਵੇਂ ਤੁਸੀਂ ਆਪਾਂ ਗੱਲ ਕਰਕੇ ਹਟੇ ਹਾਂ ਕਿ ਜਿਹੜਾ ਇਹਦਾ ਕ੍ਰੈਡਿਟ ਜਿਹੜਾ ਜਾ ਸਕਦਾ ਨਵਜੋਤ ਸਿੰਘ ਸਿੱਧੂ ਨੇ, ਕਿਉਂਕਿ ਜਿਸ ਤਰੀਕੇ ਦੀਆਂ परिस्थितियां कैप्टन अमरिंदर सिंह दे लई बणियां होईयां ने, वो भली भांत जान चुके ने कि जिहड़ी कांग्रेस हाई कमान है वो जिहड़ा 2022 दे विच जिहड़ा चेहरा है मुख मंत्री दा कांग्रेस दे वल्लों वो किहनूं बनाउणा चाहुंदे आ। इसे करके किते परिस्थितियां जानबुझ के उस चेहरे दे वास्ते जां पार्टी दे वास्ते खराब नहीं कीतियां जा रहीआं किसानां नूं पार्टी दे खिलाफ खड़े करके। क्योंकि जिस तरीके जे कैप्टन अमरिंदर सिंह नूं अज सोनिया गांधी होरी कह देण कि भाई तू अज सीएम दा चेहरा साडा तू ही होएगा बाई च, तो हो सकता है कि 400 की बजाय 450 500 भी रेट देने तैयार हो जाए किसानों कैप्टन अमरिंदर सिंह। तो हुण उन्होंने शायद पता कि मेरे हथ पल्ले कुछ लगना नहीं, इन्हां वास्ते मैं कुछ छड्डा ना, किते इदां दी गलबात नहीं गलबात इदां दी ही है। तुसीं देखो भी जिहड़ी कांग्रेस दे प्रधान नूं बदलिया गया उहदा संदर्भ की है, उहदा कॉन्टैक्स्ट की है। परफॉर्मेंस माड़ी रही सरकार दी, 4.5 साल सरकार ने काम नहीं किया, जिहड़े तुसीं 2017 विच वादे कीते वो पूरे नहीं कीते। पंजाब विच हर वर्ग चाहे डॉक्टर होण, चाहे अध्यापक होण, चाहे सफाई कर्मचारी होण, चाहे ड्राइवर होण, चाहे यूनिवर्सिटियां दे प्रोफैसर होण, तुसीं देखो भी ਜਿਹੜੇ अपना नवे पे स्केल बाकी सूबियां विच 4.5 साल पहलां लागू कर दिते गए ने, अजे तक पंजाब विच लागू नहीं होए। सो हर वर्ग लगभग सरकार के खिलाफ है ना। जे इन्हां वर्गां नूं खुश किया जाता है, मैं किसानां वाले पासे बाद चाहांगा, मैं कहना चाहुंदा कि जे इन्हां वर्गां नूं सरकार खुश करन विच सफल हो जाती है, फिर कांग्रेस नूं इस गल दा आउण वाली इलैक्शन विच फायदा होएगा। जे इन्हां वर्गां दी नाराजगी होर वधदी है फिर नुकसान होएगा। वो बहुत बड़ी सीधी जी गल है। रही गल किसानां दी, ਜਿਹੜਾ ਸਭ ਤੋਂ ਵੱਡਾ ਸੈਗਮੈਂਟ ਇਸ ਵੇਲੇ 2022 ਦੀ ਇਲੈਕਸ਼ਨ ਵਿੱਚ ਸਭ ਤੋਂ ਕ੍ਰੂਸ਼ੀਅਲ ਵਰਗ ਕਿਹੜਾ ਹੋਏਗਾ? ਉਹ ਕਿਸਾਨਾਂ ਦਾ ਹੋਏਗਾ। ਕਿਸਾਨ ਕਿਹੜੀ ਪਾਰਟੀ ਨੂੰ ਆਪਣਾ ਵੈਲਵਿਸ਼ਰ ਮੰਨਦੇ ਨੇ? ਅਕਾਲੀ ਦਲ ਨੂੰ ਮੰਨਦੇ ਨੇ, ਕਾਂਗਰਸ ਨੂੰ ਮੰਨਦੇ ਨੇ ਨਾ। ਇਹਨਾਂ ਤੁਸੀਂ ਕਹੋਗੇ ਜੇ ਇਹਨਾਂ ਦੇ ਤਾਂ ਸ਼ਿਕਵੇ ਹਰ ਇੱਕ ਨਾਲ ਨੇ, ਉਹਦੇ ਚ ਅਸੀਂ ਇੱਕ ਟਰਮ ਯੂਜ਼ ਕਰਦੇ ਹਾਂ, ਇਹਨਾਂ ਦੇ ਮੁਤਾਬਕ ਲੈਸਰ ਈਵਲ ਕਿਹੜੀ ਹੈ? ਇਹਨਾਂ ਚੋਂ ਕਿਹੜਾ ਸਾਡੇ ਨਾਲ ਖੜ ਸਕਦਾ? ਇਹ ਫੈਸਲਾ ਆਉਣ ਵਾਲੀ ਇਲੈਕਸ਼ਨ ਵਿੱਚ ਕਿਸਾਨਾਂ ਨੇ ਕਰਨਾ। ਇਸ ਕਰਕੇ ਤੁਸੀਂ ਦੂਜੇ ਪਾਸੇ ਦੇਖੋ ਕਿ ਅਕਾਲੀ ਦਲ ਆਪਣਾ ਅਲਾਈਅੰਸ ਛੱਡ ਕੇ ਆ ਗਿਆ। ਕਿਉਂ ਛੱਡ ਕੇ ਆ ਗਿਆ? ਉਹਨਾਂ ਨੂੰ ਇਹ ਲੱਗਿਆ ਕਿ ਜੇਕਰ ਅਸੀਂ ਕਿਸਾਨਾਂ ਦਾ ਹੁਣ ਸਾਥ ਨਾ ਦਿੱਤਾ ਤਾਂ ਪੀਜੈਂਟਰੀ ਵਾਲਾ ਸਾਡਾ ਬੇਸ ਸਦਾ ਲਈ ਖਤਮ ਹੋ ਜਾਏਗਾ। ਹਾਂਜੀ, ਸੋ ਅਕਾਲੀ ਦਲ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਬੀਜੇਪੀ ਅਲਾਇੰਸ ਦਾ ਮੀਨਿੰਗ ਕੀ ਹੈ। ਅਕਾਲੀ ਦਲ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਵਿੱਚ ਜਦੋਂ ਕਦੇ ਅਕਾਲੀ ਦਲ ਨੇ ਚੋਣਾਂ ਵਿੱਚ ਠੀਕ ਪਰਫਾਰਮ ਕੀਤਾ, ਹਮੇਸ਼ਾ ਬੀਜੇਪੀ ਨੂੰ ਨਾਲ ਲੈ ਕੇ ਕੀਤਾ। ਉਹਨਾਂ ਨੂੰ ਵੀ ਛੱਡਣਾ ਪੈ ਗਿਆ। ਇਸ ਕਰਕੇ ਛੱਡਣਾ ਪੈ ਗਿਆ ਕਿ ਕਿਸਾਨਾਂ ਦਾ ਮੁੱਦਾ ਬਹੁਤ ਅਹਿਮ ਮੁੱਦਾ ਹੈਗਾ। ਸੋ ਇਹੋ ਜਿਹੇ ਅਹਿਮ ਮੁੱਦੇ ਤੇ ਕਾਂਗਰਸ ਇਸ ਤਰੀਕੇ ਨਾਲ ਬਿਹੇਵ ਕਰੇ, ਇਹ ਗੱਲ ਵੈਸੇ ਬੜੀ। ਸੋ ਇਸ ਕਰਕੇ ਆਪਾਂ ਨੂੰ ਗੱਲ ਇਹਦਾ ਸਮ ਅਪ ਕਰੀਏ, ਜੇ ਪੀਜੈਂਟਰੀ ਦੇ ਮੁੱਦੇ ਤੇ, ਕਿਸਾਨਾਂ ਦੇ ਮੁੱਦੇ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਠੀਕ ਨਹੀਂ ਹੁੰਦੀ ਤੇ ਫਿਰ ਚਾਹੇ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਵੇ, ਚਾਹੇ ਕਾਂਗਰਸ ਦਾ ਪ੍ਰਧਾਨ ਕੋਈ ਹੋਰ ਹੋਵੇ, ਫਿਰ ਕਾਂਗਰਸ ਨਹੀਂ ਇਹ ਸੋਚ ਸਕਦੀ ਕਿ ਅਗਲੀਆਂ 2022 ਦੀਆਂ ਚੋਣਾਂ ਵਿੱਚ ਕਿਸਾਨਾਂ ਦੀਆਂ ਵੋਟਾਂ ਕਾਂਗਰਸ ਨੂੰ ਮਿਲ ਜਾਣਗੀਆਂ। ਸੋ ਇਸ ਕਰਕੇ ਮੈਂ ਤਾਂ ਇਸੇ ਕਰਕੇ ਹੈਰਾਨੀ ਸਾਡੀ ਹੋਰ ਵੀ ਵੱਧ ਜਾਂਦੀ ਹੈ ਕਿ ਭਾਈ ਇੰਨਾ ਕਰੂਸ਼ੀਅਲ ਮੁੱਦਾ ਹੋਵੇ, ਜਿਹੜੀ ਪੀਜੈਂਟਰੀ ਹੈ ਉਹ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ, ਇਹਨਾਂ ਦੋਨਾਂ ਪਾਰਟੀਆਂ ਦੀ ਪਰਫਾਰਮੈਂਸ ਵਿੱਚ ਜਿਹੜਾ ਅਸਲੀ ਮੁੱਦਾ ਹੈ, ਅਸਲੀ ਜਿਹੜਾ ਕਿੰਗ ਪਿਨ ਹੈ, ਉਹ ਪੀਜੈਂਟਰੀ ਹੈ। ਸੋ ਪੀਜੈਂਟਰੀ ਨੂੰ ਤੁਸੀਂ ਇਹਨਾਂ ਹਾਲਾਤਾਂ ਵਿੱਚ ਇਸ ਤਰੀਕੇ ਨਾਲ ਟਰੀਟ ਕਰੋ, ਇਹ ਗੱਲ ਬਹੁਤ
ਅਜੀਬ ਲੱਗਦੀ ਆ। ਸੋ ਸੰਭਾਵਨਾ ਕੀ ਹੈਗੀ ਆ ਕਿ ਜੀ ਹੁਣ ਜੇ ਇਸ ਮੁੱਦੇ ਤੇ ਕਾਰਗੁਜ਼ਾਰੀ ਚੰਗੀ ਹੋਈ ਫਿਰ ਕ੍ਰੈਡਿਟ ਸਿੱਧੂ ਸਾਹਿਬ ਨੂੰ ਮਿਲੇਗਾ। ਹੁਣ ਇਹ ਕੈਪਟਨ ਸਾਹਿਬ ਨੂੰ ਪਤਾ ਹੈ ਵੀ ਇਹ ਕ੍ਰੈਡਿਟ ਦੇਣਾ ਕਿ ਨਹੀਂ ਦੇਣਾ ਹੈ ਜੀ। ਸੋ ਇਸ ਕਰਕੇ ਹੈ ਜੀ, ਇਸ ਕਰਕੇ ਮੈਨੂੰ ਇਸ ਗੱਲ 'ਚ ਆਮ ਧਾਰਨਾ, ਲੋਕਾਂ ਦੀ ਧਾਰਨਾ ਕੀ ਹੈ ਕਿ ਜੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੀ ਇਹ ਆਖਰੀ ਟਰਮ ਹੈ ਜੀ, ਤੇ ਆਖਰੀ ਟਰਮ ਹੈ ਤੇ ਸਿੱਧੂ ਸਾਹਿਬ ਨਾਲ ਅੰਦਰੋਂ ਉਹ ਕਿੰਨਾ ਕੁ ਪਿਆਰ ਰੱਖਦੇ ਨੇ ਇਹ ਵੀ ਸਭ ਨੂੰ ਪਤਾ ਹੈ। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਮੌਕਾ ਆਏਗਾ ਤਾਂ ਉਹ ਇਸ ਕੰਮ ਲਈ ਇਸ ਪਾਸੇ ਤੁਰਨਗੇ ਕਿ ਨਵੇਂ ਬਣਾਏ ਹੋਏ ਪ੍ਰਧਾਨ ਦਾ ਨੁਕਸਾਨ ਕੀਤਾ ਜਾਵੇ। ਉਹੀ ਗੱਲ ਕਰ ਲੱਗਿਆ ਸੀ, ਪਿਛਲੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਵੱਡੇ ਪੱਧਰ ਦੇ ਉੱਪਰ ਬਦਲੇ ਗਏ ਨੇ, ਆਮ ਚਰਚਾਵਾਂ ਉਦੋਂ ਇਹ ਰਹੀਆਂ ਕਿ ਜਿਹੜੇ ਜ਼ਿਆਦਾਤਰ ਅਫਸਰ ਨੇ ਉਹ ਆਰਐਸਐਸ ਪੱਖੀ ਤੇ ਅਕਾਲੀ ਦਲ ਦੇ ਪੱਖੀ ਲਾਏ ਗਏ ਆ। ਉਧਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਲਜ਼ਾਮ ਲਗਾਉਂਦੀ ਹੈ ਕਿ ਭਾਈ ਅੰਦਰ ਖਾਤੇ ਜਿਹੜਾ ਅਕਾਲੀ ਦਲ ਦਾ ਤੇ ਬੀਜੇਪੀ ਦਾ ਗੱਠਜੋੜ ਹੋ ਚੁੱਕਿਆ, ਲੋਕਾਂ ਦੇ ਇਹ ਅੱਖੀ ਘੱਟਾ ਪਾ ਰਹੇ ਆ। ਅੰਦਰ ਖਾਤੇ ਦੋ ਪਾਰਟੀਆਂ ਕਹਿੰਦੇ ਉਹ ਮਿਲੀਆਂ ਹੋਈਆਂ ਨੇ, ਉੱਪਰ ਦੀ ਕੈਪਟਨ ਅਮਰਿੰਦਰ ਸਿੰਘ ਦੀ ਨਵਜੋਤ ਸਿੰਘ ਸਿੱਧੂ ਨਾਲ ਬਣਦੀ ਨਹੀਂ ਤੇ ਆ ਅਫਸਰਾਂ ਵਾਲਾ ਰੌਲਾ ਪੈਣਾ, ਉੱਪਰੋਂ ਕਿਸਾਨ ਅੰਦੋਲਨ ਵਾਲਾ ਰੌਲਾ ਪੈਣਾ ਜਿਸ ਤਰੀਕੇ ਦੇ ਆਪਾਂ ਖਦਸ਼ੇ ਜਤਾਏ ਆ। ਤਾਂ ਕਿਤੇ ਇਸ ਤਰੀਕੇ ਨਾਲ ਨਹੀਂ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਹ ਸਾਰੇ ਇਕਜੁੱਟ ਹੋ ਰਹੇ ਆ? ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਜਿੱਥੋਂ ਤੱਕ ਘੇਰਨ ਦੀ ਗੱਲ ਆ ਨਾ, ਇਹ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਵਾਲੀ ਗੱਲ ਸਾਰੇ ਪਾਸਿਓਂ ਤੁਰਨੀ ਆ। ਨਵਜੋਤ ਸਿੰਘ ਨੂੰ ਘੇਰਨ ਵਾਲੇ ਕਾਂਗਰਸ ਦੇ ਅੰਦਰ ਵੀ ਬੈਠੇ ਨੇ, ਨਵਜੋਤ ਸਿੰਘ ਸਿੱਧੂ ਨੂੰ ਘੇਰਨ ਵਾਲੇ ਕਾਂਗਰਸ ਤੋਂ ਬਾਹਰ ਵੀ ਬੈਠੇ ਨੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਦੀ, ਅਕਾਲੀ ਦਲ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਫਾਰਮੇਡੇਬਲ ਪਾਰਟੀ ਉਦੋਂ ਬਣਦਾ ਜਦੋਂ ਅਕਾਲੀ ਦਲ ਦਾ ਬੀਜੇਪੀ ਨਾਲ ਅਲਾਇੰਸ ਹੁੰਦਾ ਹੈ, ਤੇ ਓਪਨਲੀ ਇਹ ਅਲਾਇੰਸ ਹੋ ਨਹੀਂ ਸਕਦਾ। ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਜੋਸ਼ੀ ਸਾਹਿਬ ਨੇ ਬੀਜੇਪੀ ਛੱਡ ਕੇ ਕਾਂਗਰਸ ਅਕਾਲੀ ਦਲ ਜੁਆਇਨ ਕੀਤੀ ਹੈ, ਇਸ ਕਿਸਮ ਦੇ ਹੋਰ ਲੋਕ ਵੀ ਬੀਜੇਪੀ ਛੱਡ ਕੇ ਅਕਾਲੀ ਦਲ ਜੁਆਇਨ ਕਰਨਗੇ ਜੀ। ਇਹ ਇੰਪ੍ਰੈਸ਼ਨ ਦੇਣ ਲਈ ਕਿ ਚਾਹੇ ਅਕਾਲੀ ਦਲ ਤੇ ਬੀਜੇਪੀ ਦਾ ਅਲਾਇੰਸ ਨਹੀਂ ਹੈਗਾ, ਪਰ ਆ ਦੇਖੋ ਅਕਾਲੀ ਦਲ ਤਾਂ ਪੰਜਾਬੀ ਪਾਰਟੀ ਹੈ। ਅਕਾਲੀ ਦਲ ਵਿੱਚ ਤਾਂ ਉਹ ਸਾਰੇ ਲੋਕ ਜਿਹੜੇ ਬੀਜੇਪੀ ਦੀ ਬਹੁਤ ਵੱਡੀ ਸਟਰੈਂਥ ਸੀ ਉਹ ਛੱਡ ਕੇ ਆ ਗਏ ਨੇ ਜੀ। ਸੋ ਇਹਦੇ ਪਿੱਛੇ ਪਾਰਟੀਆਂ ਦੀ ਸੋਚ ਸਟ੍ਰੈਟਜੀ ਹੋਵੇ, ਇਹ ਗੱਲ ਬਿਲਕੁਲ ਸੁਭਾਵਿਕ ਲੱਗਦੀ ਹੈ। ਇਹ ਬਿਲਕੁਲ ਸੰਭਵ ਜਾਪਦੀ ਹੈ ਕਿ ਬੀਜੇਪੀ ਨੂੰ ਇਸ ਗੱਲ ਦਾ ਪਤਾ ਹੈ ਕਿ ਇਕੱਲੇ ਤੌਰ ਤੇ ਪੰਜਾਬ ਵਿੱਚ ਉਹ ਕੋਈ ਤਾਕਤ ਹੈ ਹੀ ਨਹੀਂ ਗੇ। ਅਕਾਲੀ ਦਲ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਅਸੀਂ ਕਾਂਗਰਸ ਨੂੰ ਉਦੋਂ ਹੀ ਹਰਾ ਸਕਦੇ ਜਦੋਂ ਸਾਡਾ ਅਲਾਇੰਸ ਹੋਵੇ। ਸੋ ਇਸ ਕਰਕੇ ਅਕਾਲੀ ਦਲ ਤੇ ਬੀਜੇਪੀ ਦੀ ਕੋਈ ਅੰਡਰਸਟੈਂਡਿੰਗ ਹੋਵੇ, ਇਸ ਗੱਲ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ। ਰਾਜਨੀਤੀ ਵਿੱਚ ਇਸ ਕਿਸਮ ਦੀਆਂ ਅੰਡਰਸਟੈਂਡਿੰਗ ਅੰਦਰ ਖਾਤੇ ਆਮ ਤੌਰ ਤੇ ਹੁੰਦੀਆਂ ਨੇ। ਅਕਾਲੀ ਦਲ ਦੇ ਅੰਦਰ, ਬੀਜੇਪੀ ਅੰਦਰ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਬਹੁਤ ਜ਼ਿਆਦਾ ਹੈ। ਕਾਂਗਰਸ ਦੇ ਅੰਦਰ ਵੀ ਦੇਖੋ, ਚਾਹੇ ਇੱਕ ਵਰਗ ਕਾਂਗਰਸ ਦੇ ਅੰਦਰ ਇਸ ਵੇਲੇ ਚੁੱਪ ਕਰਕੇ ਬਹਿ ਗਿਆ, ਈਵਨ ਕੈਪਟਨ ਸਾਹਿਬ ਥੋੜੇ ਚੁੱਪ ਕਰ ਗਏ ਨੇ। ਜਦੋਂ ਦੀ ਨਵਜੋਤ ਸਿੰਘ ਸਿੱਧੂ ਦੀ ਜਦੋਂ ਦਾ ਚਾਰਜ ਲਿਆ, ਉਸ ਬਾਅਦ ਕੈਪਟਨ ਸਾਹਿਬ ਨੇ ਐਪਰੈਂਟਲੀ ਕੋਈ ਇਦਾਂ ਦੀ ਸਟੇਟਮੈਂਟ ਨਹੀਂ ਦਿੱਤੀ, ਤੇ ਜਿਹੜੇ ਕੈਪਟਨ ਦੇ ਖਾਸ ਮੰਤਰੀ ਸੀਗੇ ਉਹ ਵੀ ਚੁੱਪ ਕਰਕੇ ਬਹਿ ਗਏ ਹੈ ਜੀ। ਪਰ ਇਹਦਾ ਮਤਲਬ ਇਹ ਨਹੀਂ ਜੇ ਹੈਗਾ ਕਿ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਸਵੀਕਾਰ ਕਰ ਲਿਆ ਹੈ ਜੀ। ਸੋ ਮੇਰੇ ਮੁਤਾਬਿਕ ਤਾਂ ਜਿਹੜੀ ਵਿਰੋਧਤਾ ਉਹ ਪਾਰਟੀ ਦੇ ਅੰਦਰ ਵੀ ਹੈਗੀ ਹੈ, ਬਾਹਰ ਤਾਂ ਹੈਗੀ ਹੈ। ਇਹਨਾਂ ਹਾਲਾਤਾਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਤੇ ਐਕਸਟਰਾ ਕੇਅਰਫੁਲ ਹੋਣਾ ਚਾਹੀਦਾ, ਇਨ ਦਾ ਸੈਂਸ ਕਿ ਨਵਜੋਤ ਸਿੰਘ ਸਿੱਧੂ ਦੇ ਇੱਕ ਸਲਾਹਕਾਰ ਜੀ ਅੱਜ ਕਹਿ ਰਹੇ ਨੇ ਕਿ ਅਕਾਲੀ ਦਲ ਨੇ ਵੀ ਆਪਣਾ ਖੇਤੀ ਆਰਡੀਨੈਂਸਸ ਕਾਨੂੰਨਾਂ ਦੇ ਮੁੱਦਿਆਂ ਤੇ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਸੀ, ਬਹੁਤ ਵੱਡੀ ਕੁਰਬਾਨੀ ਹੈ। ਇਹਦਾ ਮਤਲਬ ਇਹ ਹੋਇਆ ਜੇ ਕੁਰਬਾਨੀ ਹੈ ਫਿਰ ਤਾਂ ਇਸ ਗੱਲ ਦਾ ਕ੍ਰੈਡਿਟ ਸੁਭਾਵਿਕ ਤੌਰ ਤੇ ਅਕਾਲੀ ਦਲ ਨੂੰ ਜਾਣਾ ਚਾਹੀਦਾ। ਜੇ ਅਕਾਲੀ ਦਲ ਨੇ ਕਿਸਾਨਾਂ ਦੇ ਮੁੱਦੇ ਤੇ ਐਡੀ ਵੱਡੀ ਕੁਰਬਾਨੀ ਦਿੱਤੀ ਹੈ, ਫਿਰ ਪੰਜਾਬ ਦੇ ਕਿਸਾਨ ਅਕਾਲੀ ਦਲ ਨੂੰ ਸ਼ਾਬਾਸ਼ੀ ਕਿਉਂ ਨਾ ਦੇਣ? ਕਿਉਂਕਿ ਉਹ ਤਾਂ ਬੜੇ ਅਹਿਸਾਨ ਮੰਨਣ ਵਾਲੇ ਲੋਕ ਨੇ, ਉਹ ਤਾਂ ਕਿਰਤਕਣ ਹੈ ਹੀ ਨਹੀਂ ਹੈ ਜੀ। ਸੋ ਜੇ ਤੁਸੀਂ ਇਸ ਤਰੀਕੇ ਨਾਲ ਪੁੱਟ ਅਪ ਕਰਦੇ ਹੋ ਫਿਰ ਤੁਹਾਨੂੰ ਕ੍ਰੈਡਿਟ ਮਿਲਣਾ ਚਾਹੀਦਾ। ਸੋ ਮੈਨੂੰ ਸਮਝ ਨਹੀਂ ਆ ਰਹੀ ਕਿ ਇਸ ਗੱਲ ਨੂੰ ਸੀਰੀਅਸਲੀ ਕਿਉਂ ਨਹੀਂ ਲਿਆ ਜਾ ਰਿਹਾ। ਜੇ ਕਿਤੇ ਨਾ ਕਿਤੇ ਸਿੱਧੂ ਦੇ ਨਾਲ ਇਹਦੇ ਵਿੱਚ ਰੰਧਾਵਾ ਨੂੰ ਵੀ ਪੀਸਿਆ ਜਾ ਰਿਹਾ ਵਿੱਚ, ਕਿਉਂਕਿ ਰੰਧਾਵਾ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਗਰੁੱਪ ਦੇ ਨਾਲ ਜਾ ਕੇ ਖੜਦੇ ਨੇ,
ਗਰੁੱਪ ਦੇ ਮੋਢੀ ਦੀ ਤਰ੍ਹਾਂ ਹੀ ਆ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਉਹਨਾਂ ਦੇ ਗਰੁੱਪ ਦੇ ਵਿੱਚ ਉਹਨਾਂ ਦਾ ਨੰਬਰ ਹੀ ਹੁੰਦਾ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ। ਜਿਸ ਤਰੀਕੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਅਫਸਰਾਂ ਦਾ ਵਿਰੋਧ ਕਰਦੇ ਨੇ ਸੁਖਜਿੰਦਰ ਸਿੰਘ ਰੰਧਾਵਾ, ਉਸ ਤੋਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਾਣਬੁੱਝ ਕੇ ਰੰਧਾਵੇ ਦੇ ਮਹਿਕਮੇ ਦੇ ਵਿੱਚ ਹੀ ਕਿਸਾਨਾਂ ਨੂੰ ਵਿੱਚ ਕੀਤਾ ਜਾ ਰਿਹਾ ਕਿ ਕਿਸਾਨ ਜਿਹੜੇ ਆ ਉਹ ਰੰਧਾਵਾ ਦੇ ਵੀ ਉਲਟ ਹੋ ਜਾਣ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਮੈਂ ਇੱਥੇ ਥੋੜਾ ਜਿਹਾ ਇੱਕ ਗੱਲ ਇਸ ਤਰ੍ਹਾਂ ਦਾ ਸਵਾਲ ਪੁੱਟ ਅਪ ਕਰਾਂਗਾ। ਉਹ ਇਹ ਹੈ, ਜੇ ਸੁਖਜਿੰਦਰ ਰੰਧਾਵਾ ਨੇ ਜਿਹੜੇ ਆਪਣਾ ਸੈਕੂਲਰਿਜ਼ਮ ਦੇ ਇਸ਼ੂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਤੇ ਬਹੁਤ ਵੱਡੀ ਲੀਡ ਲਈ, ਇਸੇ ਜਿਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਕੈਪਟਨ ਸਾਹਿਬ ਦੀ ਵਿਰੋਧਤਾ ਕੀਤੀ, ਇਸੇ ਤਰ੍ਹਾਂ ਕਿਸਾਨਾਂ ਦੇ ਮੁੱਦਿਆਂ ਤੇ ਵੀ ਉਹਨਾਂ ਨੇ ਆਪਣਾ ਪ੍ਰੋ ਫਾਰਮ ਸਟੈਂਡ ਲਿਆ। ਹੁਣ ਮੈਂ ਕਹਿਣਾ ਚਾਹੁੰਦਾ, ਜੇ ਉਹ ਫॉर एग्जांपल ਇਹਨਾਂ ਗੱਲਾਂ ਦਾ ਉਹਨਾਂ ਨੂੰ ਅਹਿਸਾਸ ਹੋਵੇ, ਜਦੋਂ ਤੁਹਾਡੇ ਵਿਰੋਧੀ ਹਰ ਪਲੇਟਫਾਰਮ ਤੇ ਬੈਠੇ ਹੋਣ, ਸੁਖਜਿੰਦਰ ਰੰਧਾਵਾ ਦੇ ਵੀ ਵਿਰੋਧੀ ਅਕਾਲੀ ਦਲ 'ਚ ਵੀ ਬੜੇ ਨੇ, ਸਰਕਾਰ 'ਚ ਵੀ ਬੜੇ ਨੇ, ਫਿਰ ਤਾਂ ਇਹ ਹੋਰ ਵੀ ਜ਼ਰੂਰੀ ਬਣ ਜਾਂਦਾ ਸੀ ਕਿ ਉਹ ਆਪਣੇ ਤੌਰ ਤੇ ਕੋਈ ਇਹੋ ਜਿਹਾ ਮੌਕਾ ਨਾ ਦਿੰਦੇ ਜਿੱਥੇ ਕਿਸਾਨਾਂ ਨੂੰ ਉਹਨਾਂ ਦੀ ਸਰਕਾਰ ਦੇ ਖਿਲਾਫ ਕੋਈ ਸ਼ਿਕਵਾ ਹੋਵੇ, ਕੋਈ ਸ਼ਿਕਾਇਤ ਹੋਵੇ। ਫਿਰ ਤਾਂ ਉਹ ਚਾਹੇ ਸਰਕਾਰ ਨਾ ਵੀ ਕਹਿੰਦੀ, ਉਹ ਕਹਿੰਦੇ ਕਿ ਜੀ ਮੈਂ ਤਾਂ ਉਦੋਂ ਅਨਾਉਂਸ ਕਰਾਂਗਾ ਜਦੋਂ ਮੈਂ ਜਿਹੜੇ ਲੀਡਿੰਗ ਕਿਸਾਨ ਯੂਨੀਅਨ ਦੇ ਲੀਡਰ ਨੇ ਮੈਂ ਉਹਨਾਂ ਨਾਲ ਸਲਾਹ ਮਸ਼ਵਰਾ ਕਰ ਲਵਾਂ। ਕਿੱਡੀ ਵੱਡੀ ਗੱਲ ਸੀਗੀ। ਸੋ ਮੈਂ ਸਮਝਦਾ ਚਾਹੇ ਸਰਕਾਰ ਦੇ ਪੱਧਰ ਤੇ ਕੋਈ ਇਸ ਕਿਸਮ ਦੀ ਸਟ੍ਰੈਟਜੀ ਹੋਵੇ ਕਿ ਜੀ ਅਸੀਂ ਇਹਨਾਂ ਲੋਕਾਂ ਨੂੰ ਜਿਹੜੇ ਨਵਜੋਤ ਸਿੰਘ ਸਿੱਧੂ ਨਾਲ ਖੜੇ ਨੇ ਇਹਨਾਂ ਨੂੰ ਡਿੱਬੀ ਲਾਉਣੀ ਹੈ, ਤੇ ਫਿਰ ਤਾਂ ਇਹਨਾਂ ਨੂੰ ਹੋਰ ਵੀ ਕੋਸ਼ਿਸ਼ ਹੋਣਾ ਚਾਹੀਦਾ ਕਿ ਭਾਈ ਅਸੀਂ ਇਸ ਗੱਲ ਦਾ ਖਿਆਲ ਰੱਖੀਏ, ਸਾਡੇ ਤਾਂ ਵਿਰੋਧੀ ਪਾਰਟੀ ਦੇ ਅੰਦਰ ਵੀ ਨੇ, ਸਾਡੇ ਵਿਰੋਧੀ ਪਾਰਟੀ ਤੋਂ ਬਾਹਰ ਵੀ ਨੇ, ਅਸੀਂ ਕੋਈ ਐਸਾ ਮੌਕਾ ਨਹੀਂ ਦੇਣਾ ਜਿਹਦੇ ਨਾਲ ਕਿਸਾਨ ਯੂਨੀਅਨ ਵਾਲੇ ਲੋਕ ਸਾਡੇ ਨਾਲ ਨਾਰਾਜ਼ ਹੋ ਜਾਣ। ਸੋ ਮੈਂ ਸਮਝਦਾ ਕਿ ਮੰਤਰੀ ਸਾਹਿਬ ਨੂੰ ਇਨੀਸ਼ੀਏਟਿਵ ਲੈ ਕੇ ਆਪਣੇ ਤੌਰ ਤੇ ਕਿਸਾਨਾਂ, ਤੁਸੀਂ ਮੈਨੂੰ ਦੱਸੋ ਵੀ ਜਿਹੜੇ ਕਿਸਾਨ ਆਪਾਂ ਗੱਲ ਕੀਤੀ ਹੈ ਨਾ ਵੀ ਜਿਹੜੀ ਕਾਸਟ ਆਫ ਕਲਟੀਵੇਸ਼ਨ ਦੀ, ਮੈਂ ਜਾਤੀ ਤੌਰ ਤੇ ਜਾਣਦਾ ਕਿਸਾਨ ਯੂਨੀਅਨ ਦੇ ਲੀਡਰ ਜਿਹੜੇ ਪੰਜਾਬ ਦੇ ਲੀਡਿੰਗ ਇਕਨੋਮਿਸਟ ਨੇ, ਜਦੋਂ ਗੱਲ ਚੱਲਦੀ ਨਾ ਕਿ MSP ਬਾਕੀ ਫਸਲਾਂ ਦੀ ਕੇਂਦਰ ਦੀ ਸਰਕਾਰ ਦੇ ਸਕਦੀ ਹੈ ਕਿ ਨਹੀਂ ਸਕਦੀ, ਦਿੱਲੀੋਂ ਚੱਲ ਕੇ ਕਿਸਾਨ ਯੂਨੀਅਨ ਦੇ ਲੀਡਰ ਚੰਡੀਗੜ੍ਹ ਆਏ, ਜਿਹੜੇ ਲੀਡਿੰਗ ਇਕਨੋਮਿਸਟ ਨੇ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਕਿ ਸਾਨੂੰ ਸਮਝਾਓ ਕਿ ਕੀ ਇਹ ਸੰਭਵ ਹੈਗਾ ਕਿ ਕੇਂਦਰ ਦੀ ਸਰਕਾਰ ਕਣਕ ਝੋਨੇ ਤੋਂ ਅੱਗੇ MSP ਦੇ ਸਕਦੀ ਹੋਵੇ। ਜਿਹੜਾ ਇਹ ਕਹਿੰਦੇ ਨੇ ਕਿ ਐਡਾ ਵੱਡਾ ਭਾਰ ਹੈ ਜਿਹੜਾ ਸੈਂਟਰ ਦੀ ਗਵਰਨਮੈਂਟ ਬੀਅਰ ਨਹੀਂ ਕਰ ਸਕਦੀ, ਇਹ ਸੱਚ ਹੈ? ਇਸ ਕਿਸਮ ਦਾ ਸਲਾਹ ਮਸ਼ਵਰਾ ਕਿਸਾਨ ਯੂਨੀਅਨ ਦੇ ਲੋਕਾਂ ਨੇ ਪ੍ਰੋਫੈਸਰਾਂ ਨਾਲ, ਵਿਦਵਾਨਾਂ ਨਾਲ, ਜਿਹੜੇ ਪੜ੍ਹੇ ਲਿਖੇ ਲੋਕ ਸੀ ਉਹਨਾਂ ਨਾਲ ਕੀਤਾ, ਉਹਨਾਂ ਦੀ ਗੱਲ ਸੁਣੀ। ਤੇ ਮੈਂ ਸਮਝਦਾ ਕਿ ਇਹ ਲੋਕ ਜਿਨ੍ਹਾਂ ਨੇ ਇੱਕ ਬੜਾ ਵੱਡਾ ਉਪਰਾਲਾ, ਬੜਾ ਵੱਡਾ ਬੀੜਾ ਚੁੱਕਿਆ ਹੈ ਕਿ ਅਸੀਂ ਪੰਜਾਬ ਦੀ ਰਾਜਨੀਤੀ ਨੂੰ ਸਾਫ਼ ਕਰਨਾ ਹੈ, ਪੰਜਾਬ ਦੀ ਰਾਜਨੀਤੀ ਨੂੰ ਨਵੀਆਂ ਰਾਹਾਂ ਤੇ ਲੈ ਕੇ ਆਉਣਾ, ਫਿਰ ਇਹਨਾਂ ਨੂੰ ਨਹੀਂ ਇਹ ਗੱਲ ਸੁੱਝੀ ਕਿ ਅਸੀਂ ਇਹਨਾਂ ਲੋਕਾਂ ਨਾਲ ਸਲਾਹ ਮਸ਼ਵਰਾ ਕਰ ਲਈਏ ਕਿ ਜੀ ਕਿ ਸ਼ੂਗਰ ਕੇਨ ਦੀ ਕਲਟੀਵੇਸ਼ਨ ਕੀ ਹੈ ਜੀ, ਇਹ ਜਿਹੜਾ ਭਾਅ ਹੈ, ਬਾਕੀ ਗੱਲਾਂ ਦੱਸੋ। ਜਿਹੜੀ ਬਾਕੀ ਸਟੇਟਾਂ ਨੇ ਸ਼ੂਗਰ ਕੇਨ ਦੀ ਪ੍ਰਾਈਸ ਅਨਾਉਂਸ ਕੀਤੀ ਹੈ ਉਹਦੀ ਇਨਫੋਰਮੇਸ਼ਨ ਤਾਂ ਬਿਊਰੋਕ੍ਰੇਸੀ ਕੋਲ ਹੋਏਗੀ। ਮੰਤਰੀ ਸਾਹਿਬ ਕਹਿੰਦੇ ਆਪਣੇ ਸੈਕਟਰੀ ਨੂੰ ਕਿ ਜੀ ਮੈਨੂੰ ਲਿਆ ਕੇ ਦਿਓ ਕਿ ਬਾਕੀ ਸਟੇਟਾਂ ਨੇ ਸ਼ੂਗਰ ਕੇਨ ਦੀ ਜਿਹੜੀ ਪ੍ਰਾਈਸ ਕੀ ਅਨਾਉਂਸ ਕੀਤੀ ਹੈ ਜੀ। ਸੋ ਮੈਂ ਸਮਝਦਾ ਕਿ ਇਹ ਚਾਹੇ ਇਹ ਗੱਲ ਤੁਹਾਡੀ ਸੱਚ ਹੈ ਕਿ ਇਹ ਲੋਕ ਉਹ ਨੇ ਜਿਨ੍ਹਾਂ ਨੇ ਕੈਪਟਨ ਦੇ ਖਿਲਾਫ ਸਟੈਂਡ ਲਿਆ, ਇਸ ਕਰਕੇ ਕੈਪਟਨ ਸਾਹਿਬ ਨਹੀਂ ਚਾਹੁੰਗੇ ਕਿ ਇਹਨਾਂ ਲੋਕਾਂ ਨੂੰ ਕਿਸੇ ਕਿਸਮ ਦਾ ਕ੍ਰੈਡਿਟ ਮਿਲੇ। ਮੈਂ ਤਾਂ ਉਹਦੇ ਕੰਟੈਕਸਟ ਇਹ ਗੱਲ ਐਡ ਕਰ ਰਿਹਾ ਤੁਹਾਡੀ ਗੱਲ ਤੋਂ ਅੱਗੇ ਕਿ ਭਾਈ ਇਹਨਾਂ ਨੂੰ ਜ਼ਿਆਦਾ ਕੌਂਸ਼ੀਅਸ ਹੋਣਾ ਚਾਹੀਦਾ ਸੀ। ਇਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਸੀ ਕਿ ਜੇ ਆਹ ਹਾਲਾਤ ਨੇ ਫਿਰ ਕਿਤੇ ਜੇ ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਨੂੰ ਇਨੀਸ਼ੀਏਟਿਵ ਲੈ ਕੇ ਜੇ ਕਿਤੇ ਹੁਣ ਵੀ ਇਹਨੂੰ ਛੇਤੀ ਹੱਲ ਨਾ ਕਰਵਾਇਆ ਗਿਆ, ਜੇ ਆਪ ਮੋਹਰੀ ਹੋ ਕੇ ਨਾ ਹੱਲ ਕਰਵਾਇਆ ਗਿਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਨੁਕਸਾਨ ਜਿਹੜਾ ਕਾਂਗਰਸ ਪਾਰਟੀ ਦਾ ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਦਾ ਹੀ ਹੋਏਗਾ। ਬਿਲਕੁਲ ਹੋਏਗਾ। ਮੈਂ ਕਹਿੰਦਾ ਜੇ ਫਾਰ ਐਗਜ਼ਾਮਪਲ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ ਬੇਅਦਬੀ ਦੇ ਮੁੱਦੇ ਤੇ ਇੰਨਾ ਵੋਕਲ ਹੋ ਕੇ CM ਨੂੰ ਡਿਫਾਈ ਕਰ ਸਕਦੇ ਨੇ, ਆਹ ਤਾਂ ਬਹੁਤ ਛੋਟਾ ਮੁੱਦਾ ਸੀ, ਇੱਥੇ ਡਿਫਾਈ ਕਿਉਂ ਨਹੀਂ ਕੀਤਾ ਮੰਤਰੀ ਸਾਹਿਬ ਨੇ? ਇੱਥੇ ਸਿੱਧੂ ਸਾਹਿਬ ਸਿੱਧੇ ਤੌਰ ਤੇ ਇਨਵੋਲਵ ਨਹੀਂ ਹੈਗੇ। ਤਾਂ ਜਿਹੜੇ ਮੰਤਰੀ ਦਾ ਮਹਿਕਮੇ ਦਾ ਇਹ ਕੰਮ ਸੀਗਾ ਆਪਣੇ ਕਿ ਸ਼ੂਗਰ ਕੇਨ ਦੀ ਕਲਟੀਵੇਸ਼ਨ ਦੀ ਦੀ ਕਲਟੀਵੇਸ਼ਨ ਦੀ ਕਾਸਟ ਕੀ ਆ, ਬਾਕੀ ਸੂਬਿਆਂ ਨੇ ਪ੍ਰਾਈਸ ਕਿੰਨੀ ਦਿੱਤੀ ਆ, ਇਹ ਕੰਪੈਰੀਟਿਵ ਅਕਾਊਂਟ ਸਾਹਮਣੇ ਰੱਖ ਕੇ ਤੇ ਕਿਸਾਨ ਯੂਨੀਅਨ ਨਾਲ ਸਲਾਹ ਮਸ਼ਵਰਾ ਕਰਕੇ ਹੈ ਜੀ ਫਿਰ ਅਨਾਉਂਸ ਕਰਦੇ। ਸਗੋਂ ਇਹਨਾਂ ਨੂੰ ਤਾਂ ਬਾਕੀ ਸੂਬਿਆਂ ਤੋਂ 5-7 ਰੁਪਏ ਵੱਧ ਅਨਾਉਂਸ ਕਰਨੇ ਚਾਹੀਦੇ ਸੀ,
ਕਿਉਂਕਿ ਕਿਸਾਨਾਂ ਦਾ ਜਿਹੜਾ ਜੋ ਇਸ ਵੇਲੇ ਜਿਹੜੇ ਸਿੰਘ ਫਸੇ ਹੋਏ ਨੇ ਕੇਂਦਰ ਦੀ ਸਰਕਾਰ ਨਾਲ, ਜੋ ਵਿਰੋਧ ਕਿਸਾਨ ਯੂਨੀਅਨ ਪੰਜਾਬ ਸਰਕਾਰ ਦਾ ਕਰ ਰਹੀਆਂ ਨੇ, ਉਹਨਾਂ ਨੂੰ ਤਾਂ ਮੈਂ ਤਾਂ ਹੋਰ ਕਹਿਣਾ, ਇਹ ਤਾਂ ਨਾ ਜਿਵੇਂ ਆਪਾਂ ਅੰਗਰੇਜ਼ੀ, ਇਟ ਵਾਜ਼ ਏ ਗੋਡ ਸੈਂਟ ਅਪਰਚੁਨਿਟੀ ਫਾਰ ਦਾ ਗਵਰਨਮੈਂਟ ਟੂ ਪਲੀਜ਼ ਫਾਰਮਰਸ। ਕਿਸਾਨਾਂ ਨੂੰ ਖੁਸ਼ ਕਰਨ ਦੀ ਇੱਕ ਰੱਬ ਵੱਲੋਂ ਭੇਜੀ ਹੋਈ ਮੌਕਾ ਸੀਗਾ। ਹਾਂਜੀ, ਕਰਨਾ ਨਹੀਂ ਨਾ, ਕਿਉਂਕਿ ਸਿਆਸਤ ਇਹਦੇ ਪਿੱਛੇ ਉਹੀ ਹੋ ਰਹੀ ਹੈ ਜਿਹੜੀ ਆਪਾਂ ਕਰ ਰਹੇ ਹਾਂ। ਸਿਆਸਤ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੋ ਰਹੀ ਹੈ, ਕਾਂਗਰਸ ਦੇ ਨੂੰ ਲੈ ਕੇ। ਕਿਸਾਨਾਂ ਦਾ ਸਿਰਫ ਬਹਾਨਾ ਬਣਾਇਆ ਜਾ ਰਿਹਾ। ਮੈਂ ਕਹਿੰਦਾ ਸਹੀ ਹੈ, ਪਰ ਜਦੋਂ ਤੁਸੀਂ ਨਵਜੋਤ ਸਿੰਘ ਸਿੱਧੂ, ਜੋਗਿੰਦਰ ਰੰਧਾਵਾ ਜੀ ਮਤਲਬ ਵੱਡੇ ਮੁੱਦਿਆਂ ਤੇ ਹਾਂਜੀ ਪਬਲਿਕਲੀ ਸੀਐਮ ਨਾਲ ਡਿਫਰ ਕਰਨ ਦੀ ਜੁਰਤ ਕਰ ਸਕਦੇ ਨੇ, ਤੇ ਫਿਰ ਇਸ ਮੁੱਦੇ ਤੇ ਕਿਉਂ ਨਹੀਂ? ਹਾਂਜੀ, ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਜਿਵੇਂ ਦਾ ਨਾ ਕਿ ਤੁਹਾਨੂੰ ਗੱਲ, ਇਹ ਅੰਗਰੇਜ਼ੀ ਸ਼ਬਦ ਹੈ ਇਟ ਡਿਡਨਟ ਅਕਰ ਟੂ ਮੀ, ਮੇਰੇ ਦਿਮਾਗ 'ਚ ਨਹੀਂ ਆਈ, ਇਦਾਂ ਦੀ ਗੱਲ ਹੈ ਜੀ। ਜਾਂ ਇਹ ਕਹਿ ਲਓ ਕਿ ਤੁਸੀਂ ਆਪਣੇ ਵਿਰੋਧੀ ਦਾ ਡਿਜ਼ਾਈਨ ਹੀ ਨਹੀਂ ਸਮਝ ਸਕੇ ਕਿ ਭਾਈ ਇਹ ਤਾਂ ਦੇਖੋ, ਨਵਜੋਤ ਸਿੰਘ ਸਿੱਧੂ ਦੀ ਕਮਾਂਡ ਹੇਠ ਜੇ ਅਗਲੀ ਇਲੈਕਸ਼ਨ ਲੜੀ ਜਾਂਦੀ ਹੈ, ਜਿਹੜੀ ਕਿ ਲੱਗਦਾ ਲੜੀ ਜਾਏਗੀ, ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰੈਜ਼ੀਡੈਂਸ਼ੀਅਲ ਆਪਣਾ ਚੀਫ ਮਿਨਿਸਟਰ ਦਾ ਕੈਂਡੀਡੇਟ ਡਿਕਲੇਅਰ ਕੀਤਾ ਜਾਂਦਾ ਹੈ, ਤੇ ਫਿਰ ਸਭ ਤੋਂ ਕਰੂਸ਼ੀਅਲ ਕੰਸਟੀਟੂਐਂਸੀ ਪੰਜਾਬ ਦੇ ਅੰਦਰ ਪੀਜੈਂਟਸ ਨੇ, ਤੇ ਜੇ ਪੀਜੈਂਟ ਦੇ ਮੁੱਦਿਆਂ ਨੂੰ ਤੁਸੀਂ ਇੰਨਾ ਲਾਈਟਲੀ ਲੈ ਰਹੇ ਹੋ, ਫਿਰ ਤਾਂ ਓਨਲੀ ਗੋਡ ਨੋਜ਼ ਵਾਟ ਵੁੱਡ ਹੈਪਨ ਟੂ ਯੂਰ ਪੋਲਿਟਿਕਸ ਜੀ। ਸੋ ਤੁਹਾਡਾ ਵੀ ਤਾਂ ਕੋਈ ਬਣਦਾ ਨਾ, ਤੁਹਾਡੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਨੂੰ ਜਿਹਦਾ ਵਿਰੋਧ ਹਰ ਪੜਾਅ ਤੇ ਹੈ, ਉਹਨੂੰ ਤਾਂ ਐਕਸਟਰਾ ਕੌਨਸ਼ੀਅਸ ਹੋਣਾ ਪਊ, ਉਹਨੂੰ ਤਾਂ ਸ਼ਬਦ ਵੀ ਨਾਪ ਤੋਲ ਕੇ ਬੋਲਣੇ, ਕਿਤੇ ਨੁਕਸਾਨ ਹੀ ਕਰ ਸਕਦੇ ਆ। ਹੁਣ ਸ਼ਾਇਦ ਉਹ ਚੁਕੰਨੇ ਹੋ ਗਏ ਹੋਣਗੇ। ਨਹੀਂ ਦੇਖੋ, ਜਦੋਂ ਨਾ ਰਾਜਨੀਤੀ ਵਿੱਚ ਜਦੋਂ ਲੋਕਾਂ ਦੀਆਂ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੋਣ ਤੇ ਸਰਕਾਰ ਪਰਫਾਰਮ ਨਾ ਕਰੇ, ਫਿਰ ਰਿਜ਼ੈਂਟਮੈਂਟ ਵੀ ਉਸੇ ਵੱਡੇ ਲੈਵਲ ਦੀ ਹੁੰਦੀ ਹੈ। ਜੇ ਸਰਕਾਰ ਕੋਲੋਂ ਨਾ ਕੋਈ ਬੰਦਾ ਐਕਸਪੈਕਟ ਹੀ ਨਾ ਕਰੇ, ਥੋੜੀ ਜਿਹੀ ਪਰਫਾਰਮ ਕਰ ਜਾਵੇ, ਉਹ ਫਿਰ ਖੁਸ਼ ਹੋ ਜਾਂਦੇ ਨੇ। ਹੁਣ ਕੀ ਸਿਚੁਏਸ਼ਨ ਹੈ ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਦੇ ਹਰ ਵਰਗ ਦੀ ਇੱਕ ਐਕਸਪੈਕਟੇਸ਼ਨ ਪੈਦਾ ਹੋ ਗਈ ਨਵਜੋਤ ਸਿੰਘ ਸਿੱਧੂ ਕੋਲੋਂ। ਕੀ ਐਕਸਪੈਕਟੇਸ਼ਨ ਪੈਦਾ ਹੋ ਗਈ ਕਿ ਜਿਹੜੀ ਸਰਕਾਰ 4.5 ਸਾਲ ਕੁਛ ਨਹੀਂ ਕਰ ਸਕੀ, ਵਾਅਦੇ ਪੂਰੇ ਨਹੀਂ ਕਰ ਸਕਦੀ, ਆਹ ਬੰਦਾ ਹੈਗਾ ਜਿਹੜਾ ਸਰਕਾਰ ਦੀ ਗਰਦਨ ਤੇ ਗੋਡਾ ਰੱਖ ਕੇ ਕਰਵਾ ਸਕਦਾ ਹੈ। ਤੇ ਜੇ ਫਾਰ ਐਗਜ਼ਾਮਪਲ ਉਹ ਨਹੀਂ ਹੁੰਦਾ, ਕਿ ਜਦੋਂ ਲੋਕਾਂ ਦੀ ਰਿਜ਼ੈਂਟਮੈਂਟ ਸ਼ੁਰੂ ਹੋ ਗਈ, ਫਿਰ ਰਿਜ਼ੈਂਟਮੈਂਟ ਦਾ ਲੈਵਲ ਵੀ ਉਹੀ ਹੋਏਗਾ ਜਿਹੜਾ ਐਕਸਪੈਕਟੇਸ਼ਨ ਦਾ ਲੈਵਲ ਸੀਗਾ। ਬਿਲਕੁਲ ਬਿਲਕੁਲ। ਤਾਂ ਸਭ ਤੋਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੁਰਿੰਦਰ ਜੀ। ਰਾਜਸਥਾਨ ਪ੍ਰੋਫੈਸਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਜੁੜ ਕੇ ਇਸ ਅਹਿਮ ਮਸਲੇ ਦੇ ਉੱਪਰ ਸਾਡੇ ਨਾਲ ਜਿਹੜੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਸਾਡੇ ਨਾਲ ਕੀਤੀ ਗਈ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।